ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਤੇ ਅੱਜ ਵੱਡਾ ਕੱਪੜ ਛਾਣ ਕਰਾਂਗੇ। ਦੋ ਸਿਆਸੀ ਚਿੱਠੀਆਂ ਦਾ ਕੱਪੜ ਛਾਣ ਹੈ। ਇਹ ਖਾਸ ਤੌਰ ਤੇ ਉੱਤੇ ਪੰਜਾਬ ਦੀ ਸਿਆਸਤ ਅਤੇ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਖਾਸ ਚਿੱਠੀਆਂ ਰਹਿਣਗੀਆਂ। ਇਹਨਾਂ ਚਿੱਠੀਆਂ ਦੇ ਵਿੱਚ ਕੀ ਕੁਝ ਖਾਸ ਹੈ ਉਹ ਵੀ ਤੁਹਾਨੂੰ ਦੱਸਾਂਗੇ। ਪਹਿਲਾਂ ਇਹ ਚਿੱਠੀਆਂ ਲਿਖੀਆਂ ਕਿਹਨਾਂ ਦੇ ਵੱਲੋਂ ਗਈਆਂ ਨੇ ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। एक चिट्ठी एच एस फूलका के वलों बीती सवेर लिखी जाती है, जिस दे विच एच एस फूलका नवजोत सिंह सिद्धू नूं संबोधन करते हैं। इस चिट्ठी की शुरुआत कुछ इस कदर होंदी है कि टू सरदार नवजोत सिंह सिद्धू MLA पंजाब विधान सभा। विशा लिखिया जाता है हुण गरजण का नहीं बरसण का समा है। जिस तो बाद एक पहले पैरे दे विच संबोधन किया जाता नवजोत सिंह सिद्धू नूं संदर्भ दे विच लैंदियां, जिस दे विच एच एस फूलका लिखते हैं कि सरदार साहब मैं तुहाडी बहुत कदर करता हाँ ਤੇ ਸਾਰਾ ਪੰਜਾਬ ਤੁਹਾਡੀ ਬਹੁਤ ਕਦਰ ਕਰਦਾ ਹੈ। ਮੇਰੇ ਵਾਂਗ ਸਾਰੇ ਪੰਜਾਬ ਨੂੰ ਤੁਹਾਡੇ ਕੋਲੋਂ ਬਹੁਤ ਉਮੀਦਾਂ ਨੇ, ਇਸ ਕਰਕੇ ਮੈਂ ਤੁਹਾਨੂੰ ਇਹ ਚਿੱਠੀ ਖਾਸ ਤੌਰ ਦੇ ਉੱਤੇ ਲਿਖ ਰਿਹਾ। ਇਸ ਤੋਂ ਬਾਅਦ ਉਹਨਾਂ ਨੇ ਵੱਡੀਆਂ ਗੱਲਾਂ ਇਸ ਚਿੱਠੀ ਦੇ ਵਿੱਚ ਕੀਤੀਆਂ ਨੇ। ਸੰਬੋਧਨ ਤੋਂ ਬਾਅਦ ਇਸ ਚਿੱਠੀ ਦੀਆਂ 6 ਵੱਡੀਆਂ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਇਸ ਚਿੱਠੀ ਦੇ ਲਿਖਣ ਤੋਂ ਬਾਅਦ ਆਖਿਰਕਾਰ ਕੀ ਸੀ ਇਸ ਚਿੱਠੀ ਦੇ ਵਿੱਚ ਅਜਿਹਾ ਕਿ ਤੁਰੰਤ ਪ੍ਰਭਾਵ ਦੇ ਨਾਲ ਨਵਜੋਤ ਸਿੰਘ ਸਿੱਧੂ ਇਸ ਚਿੱਠੀ ਦਾ ਜਵਾਬ ਦਿੰਦੇ ਨੇ। इस चिट्ठी दे विच की सी नवजोत सिंह सिद्धू नूं जो इसका जवाब देना पिया है, ते नवजोत सिंह सिद्धू की चिट्ठी दे विचों भी खास 6 गल्लां कड्ढीਆਂ ने, वो भी तुहाडे नाल साझीਆਂ करांगे। पहला इस चिट्ठी दी एक एक करके जिहड़ा कपड़ छाण करदे आ। पहला पॉइंट जिहड़ा ਇਹ ਤੁਹਾਡੇ ਨਾਲ ਸਾਂਝਾ ਕੀਤਾ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸੰਬੋਧਨ ਕੀਤਾ ਜਾਂਦਾ ਹੈ। ਦੂਜਾ ਪੁਆਇੰਟ ਜੋ ਆਉਂਦਾ ਹੈ ਉਸ ਦੇ ਵਿੱਚ ਐਚ ਐਸ ਫੂਲਕਾ ਲਿਖਦੇ ਨੇ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਉਸ ਵੇਲੇ ਜਿਹੜੇ ਮੰਤਰੀਆਂ ਨੇ ਜਿਹੜੀਆਂ ਤਕਰੀਰਾਂ ਕੀਤੀਆਂ ਉਸ ਵਿੱਚੋਂ ਇੱਕ ਗੱਲ ਵੀ ਸੱਚ ਨਹੀਂ ਹੋਈ। ਇਹ ਖਾਸ ਤੌਰ ਦੇ ਉੱਤੇ ਸ਼ੁਰੂਆਤ ਵਿੱਚ ਹੀ ਲਿਖ ਦਿੰਦੇ ਨੇ ਐਚ ਐਸ ਫੂਲਕਾ। ਉਸ ਤੋਂ ਬਾਅਦ ਲਿਖਦੇ ਨੇ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਝੋਲੀ ਅੱਡ ਕੇ ਇਨਸਾਫ ਦੀ ਮੰਗ ਕੀਤੀ, ਪਰ ਹੁਣ ਮੌਕਾ ਝੋਲੀ ਅੱਡਣ ਦਾ ਨਹੀਂ, ਹੁਣ ਮੌਕਾ ਠੋਕ ਕੇ ਆਪਣੀ ਗੱਲ ਰੱਖਣ ਦਾ ਹੈ। ਸਿੱਧੂ ਸਾਹਿਬ ਮੈਂ ਹੀ ਨਹੀਂ ਸਾਰਾ ਪੰਜਾਬ ਜਾਣਦਾ ਹੈ ਕਿ ਤੁਸੀਂ ਆਪਣੀ ਹੀ ਸਰਕਾਰ ਦੇ ਖਿਲਾਫ ਖੜੇ ਹੋ ਕੇ ਬੋਲਣ ਦੀ ਜ਼ਰੂਰਤ ਰੱਖਦੇ ਹੋ। ਹੁਣ ਤੁਸੀਂ ਆਪਣੀ ਅਸਲ ਰੰਗਤ ਦੇ ਵਿੱਚ ਆ ਜਾਓ। ਹੁਣ ਤੁਸੀਂ ਉਹਨਾਂ ਸਾਰੇ ਝੂਠੇ ਦਾਅਵਿਆਂ ਤੋਂ ਪਰਦਾ ਚੁੱਕ ਸਕਦੇ ਹੋ ਜੋ ਲਗਾਤਾਰ ਹੁਣ ਤੱਕ ਪੰਜਾਬ ਦੇ ਲੋਕਾਂ ਦੇ ਨਾਲ ਹੁੰਦੇ ਆਏ ਨੇ। ਇਹ ਖਾਸ ਤੌਰ ਦੇ ਉੱਤੇ ਇਸ ਚਿੱਠੀ ਦੇ ਵਿੱਚ ਲਿਖਿਆ ਜਾਂਦਾ ਹੈ। ਉਸ ਤੋਂ ਅੱਗੇ ਐਚ ਐਸ ਫੂਲਕਾ ਕੀ ਲਿਖਦੇ ਨੇ? ਐਚ ਐਸ ਫੂਲਕਾ ਲਿਖਦੇ ਨੇ ਮੈਂ ਉਸ ਵੇਲੇ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਅਖੀਰ ਤੱਕ ਇਹ ਬੋਲਦਾ ਰਿਹਾ ਸੀ ਕਿ ਇਹ ਜਿਹੜਾ ਕੁਝ ਮਤਿਆਂ ਦੇ ਵਿੱਚ ਲਿਆਂਦਾ ਗਿਆ ਹੈ ਉਹ ਠੀਕ ਨਹੀਂ ਹੈ। ਜੋ ਪਾਸ ਕੀਤਾ ਜਾ ਰਿਹਾ ਉਸ ਦੇ ਵਿੱਚ ਕਈ ਕਮੀਆਂ ਜਿਹੜੀਆਂ ਛੱਡੀਆਂ ਗਈਆਂ ਨੇ, ਜਿਸ ਕਰਕੇ ਇਨਸਾਫ ਦੇ ਵਿੱਚ ਰੋਕ ਲੱਗੇਗੀ। ਇਹ ਸਾਰੀ ਚਿੱਠੀ ਹੈ ਉਹ ਬਾਈਬਲ ਕਲਾਂ ਇਨਸਾਫ ਦੇ ਸੰਦਰਭ ਦੇ ਵਿੱਚ ਹੈ। ਵੀ ਤੁਹਾਨੂੰ ਸਾਫ਼ ਕਰ ਦਈਏ ਕਿ ਜੋ ਕੋਟਕਪੂਰਾ ਬਾਈਬਲ ਕਲਾਂ ਗੋਲੀकांड ਵਾਪਰਿਆ ਸੀ ਉਸ ਕਾਂਡ ਦੇ ਸੰਦਰਭ ਦੇ ਵਿੱਚ ਪੂਰੀ ਚਿੱਠੀ ਲਿਖੀ ਗਈ ਹੈ। ਗੁਰੂ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਚਿੱਠੀ ਹੈ। ਇਸ ਦੇ ਵਿੱਚ ਉਹ ਲਿਖਦੇ ਨੇ ਕਿ ਮੈਂ ਉਸ ਵੇਲੇ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿ ਰਿਹਾ ਸੀ, ਪਰ ਉਦੋਂ ਤੁਸੀਂ ਮੈਨੂੰ ਕਿਹਾ ਸੀ ਫੂਲਕਾ ਸਾਹਿਬ ਕਾਹਲੀ ਨਾ ਕਰੋ, ਦੇਖੀ ਚਲੋ ਸਭ ਕੁਝ ਕਰਾਂਗੇ। ਉਸ ਮਗਰੋਂ ਇਹੀ ਗੱਲ ਬਾਰ-ਬਾਰ ਦੁਹਰਾਉਂਦਿਆਂ ਰਿਹਾ ਕਿ ਆਖਿਰ ਵਿੱਚ ਆ ਕੇ ਮੈਨੂੰ ਤੰਗ ਹੋ ਕੇ MLA ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਹ ਐਚ ਐਸ ਫੂਲਕਾ ਲਿਖਦੇ ਨੇ ਕਿ ਉਹਨਾਂ ਨੇ ਬੇਅਦਬੀ ਮਾਮਲਿਆਂ ਦੇ ਵਿੱਚ ਆ ਕੇ ਅਸਤੀਫਾ ਦਿੱਤਾ, ਪਰ ਅੱਜ 2.5 ਸਾਲ ਬਾਅਦ ਮੇਰੀ ਉਹ ਗੱਲ ਬਿਲਕੁਲ ਸਹੀ ਸਾਬਤ ਹੋਈ ਆ। ਤੁਸੀਂ ਇਸ ਵੇਲੇ ਮੈਨੂੰ ਕਿਹਾ ਸੀ ਕਿ 3 ਮਹੀਨੇ ਦੀ ਉਡੀਕ ਕਰੋ, ਪਰ ਅੱਜ 2.5 ਸਾਲ ਹੋ ਚੁੱਕੇ ਨੇ, ਇਸ ਮਾਮਲੇ ਦੇ ਵਿੱਚ ਕੁਝ ਵੀ ਨਹੀਂ ਹੋਇਆ। ਇਹ ਵੀ ਸਾਫ਼ ਹੈ ਕਿ ਐਚ ਐਸ ਫੂਲਕਾ ਨੇ ਅਸਤੀਫਾ ਦੇਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਜ਼ਰੂਰ ਜ਼ਿਕਰ ਕੀਤਾ ਸੀ ਕਿ ਮੈਂ ਅਸਤੀਫਾ ਦੇਣ ਜਾ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚੋਂ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ 3 ਮਹੀਨੇ ਰੁਕੋ, ਕੋਈ ਇਨਸਾਫ ਜ਼ਰੂਰ ਹੋਏਗਾ, ਕਿਉਂਕਿ ਉਦੋਂ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਦੇ ਅਹੁਦੇ ਦੇ ਉੱਤੇ ਸਨ। ਪਰ ਐਚ ਐਸ ਫੂਲਕਾ ਉਸ ਵਕਤ ਅਸਤੀਫਾ ਦੇ ਦਿੰਦੇ ਨੇ। ਤੇ ਉਸ ਤੋਂ ਬਾਅਦ ਹੁਣ ਇਸ ਚਿੱਠੀ ਦੇ ਵਿੱਚ ਜੋ ਅੱਗੇ ਲਿਖਿਆ ਉਸ ਦੇ ਵਿੱਚ ਉਹ ਲਿਖਦੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਮੰਗ ਕਰੋ। ਸਪੈਸ਼ਲ ਸੈਸ਼ਨ ਦੇ ਵਿੱਚ ਸਰਕਾਰ ਕੋਲੋਂ ਇਹ ਜਵਾਬਦੇਹੀ ਮੰਗੀ ਜਾਵੇ ਕਿ ਕਿਹੜਾ ਕੇਸ ਜੋ ਇਸ ਸਮੇਂ ਦੇ ਵਿੱਚ ਹੈ। ਉਹਨਾਂ ਲਿਖਿਆ ਕਿ ਜਿਹੜਾ ਇਸ ਕੇਸ ਲਈ 3 ਮਹੀਨੇ ਦਾ ਸਮਾਂ ਸੀ, ਪਰ 2.5 ਸਾਲ ਬੀਤ ਜਾਣ ਮਗਰੋਂ ਇਸ ਦੇ ਵਿੱਚ ਕੁਝ ਵੀ ਕਿਉਂ ਨਹੀਂ ਕੀਤਾ ਗਿਆ। ਇਹ ਜਵਾਬ ਉਹਨਾਂ ਨੇ ਕਿਹਾ ਕਿ ਮੰਗਿਆ ਜਾਵੇ ਸਰਕਾਰ ਤੋਂ। ਉਧਰ ਦੂਜੇ ਪਾਸੇ ਉਹਨਾਂ ਨੇ ਦੂਜਾ ਸਵਾਲ ਲਿਖਿਆ ਹੈ ਕਿ ਜਿਹੜੇ SIT ਦੇ ਮੈਂਬਰਾਂ ਨੇ 2.5 ਸਾਲ ਦੇ ਵਿੱਚ ਆਪਣੇ ਕੋਲੋਂ ਕੋਈ ਜਾਂਚ ਨਹੀਂ ਕੀਤੀ, ਸਗੋਂ IG ਕੁੰਵਰ ਵਿਜੇ ਪ੍ਰਤਾਪ ਦੇ ਜਾਂਚ ਨੂੰ ਅੜਕਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਉੱਤੇ ਕੀ ਕੋਈ ਚੀਫ ਵਿਜੀਲੈਂਸ ਜਿਹੜੀ ਕਮਿਸ਼ਨ ਹੈ ਉਹ ਕਿਸੇ ਜਾਂਚ ਦੇ ਵੱਲ ਵਧੇਗੀ ਕਿ ਇਸ ਜਾਂਚ ਦੀ ਮੰਗ ਕੀਤੀ ਜਾਵੇ ਕਿ ਵਿਜੀਲੈਂਸ ਕਮਿਸ਼ਨ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਜਾਂਚ ਕਰੇ। ਤੇ ਇਸ ਤੋਂ ਬਾਅਦ ਜੋ ਐਂਡ ਦੇ ਵਿੱਚ ਲਿਖਦੇ ਨੇ ਇਸ ਚਿੱਠੀ ਦੇ ਵਿੱਚ ਜੋ ਅਖੀਰਲਾ ਪੈਰਾ ਹੈ ਉਹ ਅਖੀਰਲਾ ਪੈਰਾ ਬਹੁਤ ਖਾਸ ਹੈ।
ਉਸ ਦੇ ਵਿੱਚੋਂ ਲਿਖਦੇ ਨੇ ਕਿ ਵਿਧਾਨ ਸਭਾ ਦੇ ਵਿੱਚ ਬੋਲਦੇ ਹੋਏ ਤੁਸੀਂ ਅਗਸਤ 2018 ਦੇ ਵਿੱਚ ਇਹ ਕਿਹਾ ਸੀ ਕਿ ਮੈਨੂੰ ਇਹ ਸਾਰਾ ਕੁਝ ਦੇਖ ਕੇ ਨੀਂਦ ਨਹੀਂ ਆ ਰਹੀ, ਪਰ ਅੱਜ 2.5 ਸਾਲ ਦੇ ਮਗਰੋਂ ਆਪਾਂ ਕਿਉਂ ਸੁੱਤੇ ਪਏ ਹਾਂ ਕਿ ਅੱਜ ਸਾਡੀ ਨੀਂਦ ਉਸ ਵੇਲੇ ਨਾਲੋਂ ਜ਼ਿਆਦਾ ਖਰਾਬ ਨਹੀਂ ਹੋਣੀ ਚਾਹੀਦੀ ਸੀ। ਇਸ ਕਰਕੇ ਹੁਣ ਅੱਗੇ ਦਿਨਾਂ ਦੇ ਵਿੱਚ ਦੇਰੀ ਬਿਨਾਂ ਕੀਤੇ ਤੁਸੀਂ ਕੁਝ ਵੱਡਾ ਕਰੋ। ਤੁਹਾਡੇ ਕੋਲੋਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਹੁਣ ਬਿਨਾਂ ਕਿਸੇ ਟਾਈਮ ਖਰਾਬ ਕੀਤੇ ਇਸ ਮੁੱਦੇ ਉੱਪਰ ਕਦਮ ਚੁੱਕੋਗੇ, ਇਸ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਅੱਗੇ ਆ ਕੇ ਪਹਿਲ ਕਰੋਗੇ। ਹਰਵਿੰਦਰ ਸਿੰਘ ਫੂਲਕਾ ਸੀਨੀਅਰ ਵਕੀਲ ਸੁਪਰੀਮ ਕੋਰਟ ਅਤੇ ਇਹ ਸਾਬਕਾ MLA ਨੇ ਪੰਜਾਬ ਦੇ ਦਾਖਾ ਹਲਕੇ ਤੋਂ। ਇਸ ਚਿੱਠੀ ਦਾ ਜਵਾਬ ਆਉਂਦਾ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਹੁਣ ਇਸ ਚਿੱਠੀ ਦੇ ਜਵਾਬ ਦੇ ਵੱਲ ਵੀ ਵਧਾਂਗੇ ਕਿ ਆਖਰਕਾਰ ਇਸ ਚਿੱਠੀ ਦੇ ਇਹਨਾਂ 6 ਪੁਆਇੰਟਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਕੀ ਲਿਖਦੇ ਨੇ। ਨਵਜੋਤ ਸਿੰਘ ਸਿੱਧੂ ਵੀ ਇਸੇ ਤਰ੍ਹਾਂ ਦੀ ਵੱਡੀ ਚਿੱਠੀ ਲਿਖਦੇ ਨੇ। ਉਸ ਚਿੱਠੀ ਦੇ ਵਿੱਚੋਂ ਵੀ 6 ਖਾਸ ਪੁਆਇੰਟ ਜਿਹੜੇ ਮੈਂ ਕੱਢੇ ਨੇ ਖਾਸ ਤੌਰ ਦੇ ਉੱਤੇ ਇਸ ਚਿੱਠੀ ਦਾ ਕੱਪੜ ਛਾਣ ਕਰਨ ਦੇ ਲਈ। ਇਸ ਚਿੱਠੀ ਦੇ ਵਿੱਚ ਜੋ ਸ਼ੁਰੂਆਤ ਦੇ ਵਿੱਚ ਦੱਸਦਾ ਇਹ ਗੱਲ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਨਹੀਂ ਦੇਣਾ। ਲਗਾਤਾਰ ਚਰਚਾਵਾਂ ਸੀ ਕਿ HS ਫੂਲਕਾ ਦੀ ਚਿੱਠੀ ਤੋਂ ਬਾਅਦ ਜਾਂ ਜਿਸ ਤਰ੍ਹਾਂ ਲਗਾਤਾਰ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ, ਨਵਜੋਤ ਸਿੰਘ ਸਿੱਧੂ ਅਸਤੀਫਾ ਦੇਣਗੇ। ਪਰ ਇਸ ਚਿੱਠੀ ਤੋਂ ਸਾਫ਼ ਹੋ ਚੁੱਕਿਆ ਕਿ ਨਵਜੋਤ ਸਿੰਘ ਸਿੱਧੂ ਅਸਤੀਫਾ ਨਹੀਂ ਦੇਣਗੇ। ਉਹ ਇਸ ਚੀਜ਼ ਨੂੰ ਸਹੀ ਨਹੀਂ ਮੰਨਦੇ ਕਿ ਅਸਤੀਫਾ ਦਿੱਤਾ ਜਾਣਾ ਚਾਹੀਦਾ, ਲੋਕਾਂ ਦੀ ਦਿੱਤੀ ਗਈ ਤਾਕਤ ਨੂੰ ਛੱਡਿਆ ਜਾਣਾ ਚਾਹੀਦਾ। ਉਹ ਇਸ ਗੱਲ ਨੂੰ ਸਾਫ਼ ਇਸ ਚਿੱਠੀ ਦੇ ਵਿੱਚ ਕਰ ਗਏ ਨੇ। ਸੋ ਉਹਨਾਂ ਸਿਆਸੀ ਕਿਆਸਰਾਈਆਂ ਦੇ ਉੱਤੇ ਜ਼ਰੂਰ ਬ੍ਰੇਕ ਹੈ ਜਿਹੜੀਆਂ ਕਹਿ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਅਸਤੀਫਾ ਦੇਣਗੇ। ਸਿੱਧੂ ਦਾ ਕਹਿਣਾ ਹੈ ਕਿ ਉਹ ਡਟ ਕੇ ਪੰਜਾਬ ਦੀ ਗੱਲ ਕਰਨਗੇ। ਜਿੰਨੀ ਤਾਕਤ ਹੁਣ ਮਿਲੀ ਆ ਉਸ ਨੂੰ ਵਰਤ ਰਹੇ ਨੇ। ਜੇ ਇਸ ਤੋਂ ਬਾਅਦ ਵੱਧ ਤਾਕਤ ਮਿਲਦੀ ਆ, ਭਾਵ ਕਿ CM ਦੇ ਅਹੁਦੇ ਤੱਕ ਪਹੁੰਚਦੇ ਨੇ, ਤਾਂ ਉਸ ਤਾਕਤ ਦਾ ਉਸ ਪੱਧਰ ਦੇ ਉੱਤੇ ਵੀ ਇਸਤੇਮਾਲ ਕਰਨਗੇ। ਇਸ ਚਿੱਠੀ ਦੇ ਵਿੱਚ ਉਹ ਖਾਸ ਗੱਲਾਂ ਨੇ, ਖਾਸ ਤੌਰ ਦੇ ਉੱਤੇ ਜਿਹੜੇ ਖਾਸ ਪੁਆਇੰਟ ਨੇ ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ। ਇਸ ਚਿੱਠੀ ਦੀ ਵੀ ਸ਼ੁਰੂਆਤ ਕੁਝ ਉਸ ਕਦਰ ਹੁੰਦੀ ਹੈ ਜਿਸ ਤਰ੍ਹਾਂ HS ਫੂਲਕਾ ਨੇ ਕੀਤੀ ਸੀ। ਉਸ ਦੇ ਵਿੱਚ ਉਹ ਲਿਖਦੇ ਨੇ, ਚਿੱਠੀ ਦੇ ਵਿੱਚ ਉਹ ਖਾਸ ਤੌਰ ਦੇ ਉੱਤੇ HS ਫੂਲਕਾ ਨੂੰ ਸੰਬੋਧਨ ਕੀਤਾ ਜਾਂਦਾ ਹੈ। ਉਸ ਦੇ ਵਿੱਚ ਉਹ ਲਿਖਦੇ ਨੇ ਕਿ ਟੂ ਦਾ ਹਰਵਿੰਦਰ ਸਿੰਘ ਫੂਲਕਾ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ, ਵਿਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਸੰਬੰਧੀ। ਇਸ ਤੋਂ ਬਾਅਦ ਜੋ ਗੱਲਾਂ ਦਾ ਜ਼ਿਕਰ ਹੁੰਦਾ ਉਹ ਤੁਹਾਡੇ ਨਾਲ ਹੁਣ ਇੱਕ ਇੱਕ ਕਰਕੇ ਸਾਂਝੀਆਂ ਕਰਾਂਗੇ। ਇਸ ਦੇ ਵਿੱਚ ਜੋ ਇੱਕ ਪਹਿਲੇ ਪੈਰੇ ਦੇ ਨਾਲ ਸ਼ੁਰੂਆਤ ਹੁੰਦੀ ਹੈ ਉਹ ਪੈਰਾ ਵੀ ਬਹੁਤ ਖਾਸ ਹੈ। ਇਸ ਦੇ ਵਿੱਚ ਉਹ ਲਿਖਦੇ ਨੇ, ਸਿੱਖ ਕੌਮ ਦੇ ਨਿਸ਼ਕਾਮ ਸੇਵਾਦਾਰ ਅਤੇ ਪੰਜਾਬ ਦੇ ਲੋਕਾਂ ਵਿੱਚ ਆਪਣੀ ਚੰਗਿਆਈ ਲਈ ਜਾਣੇ ਜਾਂਦੇ ਸਰਦਾਰ ਹਰਵਿੰਦਰ ਸਿੰਘ ਫੂਲਕਾ ਜੀ, ਆਪ ਜੀ ਲਈ ਮੇਰੇ ਮਨ ਵਿੱਚ ਬਹੁਤ ਆਦਰ ਸਤਿਕਾਰ ਹੈ। ਤੁਸੀਂ ਮੇਰੀ ਪੰਜਾਬ ਪ੍ਰਤੀ ਵਫਾਦਾਰੀ ਉੱਪਰ ਅਥਾਹ ਵਿਸ਼ਵਾਸ ਜਤਾਇਆ ਹੈ ਅਤੇ ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ ਹੈ। ਇਸ ਲਈ ਮੈਂ ਤੁਹਾਡੀ ਚਿੱਠੀ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਸਮਝਦਾ ਹਾਂ। ਇਸ ਚਿੱਠੀ ਦੇ ਜਵਾਬ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਹੈ ਕਿ ਆਖਰਕਾਰ ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਨੇ ਜਵਾਬ ਕਿਉਂ ਦਿੱਤਾ ਹੈ। ਸੋ ਇਸ ਤੋਂ ਬਾਅਦ ਜੋ ਪਹਿਲਾ ਪੈਰਾ ਸ਼ੁਰੂਆਤ ਹੁੰਦੀ ਹੈ, ਜੋ ਇਸ ਪੈਰੇ ਦੇ ਵਿੱਚ ਗੱਲ ਦਾ ਅਸਲ ਦੇ ਵਿੱਚ ਜ਼ਿਕਰ ਸ਼ੁਰੂ ਹੁੰਦਾ ਹੈ, ਉਸ ਦੇ ਵਿੱਚ ਉਹ ਕਹਿੰਦੇ ਨੇ ਕਿ ਵਿਧਾਨ ਸਭਾ ਸੈਸ਼ਨ ਦੀ ਗੱਲ ਕਰਦੇ ਨੇ ਕਿ ਪੰਜਾਬ ਦੇ ਵਿੱਚ ਜੋ ਵਿਧਾਨ ਸਭਾ ਹੈ ਉਸ ਦੇ ਕੋਲ ਕਾਨੂੰਨ ਬਣਾਉਣ ਦੀ ਸਰਵਉੱਚ ਅਥਾਰਟੀ ਹੈ ਤੇ ਉਹ ਅਥਾਰਟੀ ਦੇ ਜੋ ਮੁਖੀ ਨੇ ਉਹ ਗ੍ਰਹਿ ਮੰਤਰੀ ਹੁੰਦੇ ਨੇ, ਭਾਵ ਕਿ ਗ੍ਰਹਿ ਮੰਤਰੀ ਦਾ ਅਹੁਦਾ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਕੋਲ ਹੈ। ਇਸ ਦੇ ਵਿੱਚ ਜੋ ਖਾਸ ਗੱਲ ਹੈ ਇਸ ਪੈਰੇ ਦੇ ਵਿੱਚ ਮੈਂ ਸਿੱਧਾ ਟੂ ਦਾ ਪੁਆਇੰਟ ਆਵਾਂਗਾ। ਉਸ ਦੇ ਵਿੱਚ ਉਹ ਲਿਖਦੇ ਨੇ ਕਿ ਵਿਧਾਨ ਸਭਾ ਦੇ ਮੈਂਬਰ ਹੁੰਦੇ ਹੋਏ ਮੈਂ ਤੇ ਤੁਸੀਂ ਆਪਣੀ ਆਵਾਜ਼ ਚੁੱਕੀ। ਹਰਿੰਦਰ ਸਿੰਘ ਫੂਲਕਾ ਨੂੰ ਵੀ ਸੰਬੋਧਨ ਕਰ ਰਹੇ ਨੇ ਕਿ ਆਪਾਂ ਦੋਹਾਂ ਨੇ ਆਵਾਜ਼ ਚੁੱਕੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਕੇਸ ਦੇ ਵਿੱਚ ਮੈਂ ਵਿਧਾਨ ਸਭਾ 'ਚ ਸੱਚ ਉਜਾਗਰ ਕੀਤਾ। ਰਿਪੋਰਟ ਆਧਾਰਿਤ ਸਬੂਤ ਪੇਸ਼ ਕਰਦਿਆਂ ਰਾਜਨੀਤਿਕ ਦੋਸ਼ੀਆਂ ਦੇ ਨਾਂ ਖੁੱਲ੍ਹ ਕੇ ਲਏ। ਇਨਸਾਫ ਲਈ ਲੜਦਿਆਂ ਸੱਚ ਪ੍ਰਗਟ ਕਰਨ ਲਈ ਤੇ ਸਰਕਾਰ ਉੱਪਰ ਦਬਾਅ ਬਣਾਉਣ ਦੇ ਲਈ ਤਾਂ ਕਿ ਜਾਂਚ ਤੇਜ਼ੀ ਨਾਲ ਹੋ ਸਕੇ, ਗੁਨਾਹਗਾਰਾਂ ਨੂੰ ਜਲਦ ਤੋਂ ਜਲਦ ਮਿਸਾਲੀ ਸਜ਼ਾ ਮਿਲ ਸਕੇ। ਇਸ ਲਈ ਮੈਂ ਪ੍ਰੈਸ ਕਾਨਫਰੰਸ ਕਰਕੇ ਕੋਟਕਪੂਰਾ ਚੌਂਕ, ਜਿੱਥੇ ਕਿ ਕੋਟਕਪੂਰਾ ਦੀ ਘਟਨਾ ਵਾਪਰਦੀ ਹੈ, ਕੋਟਕਪੂਰਾ ਚੌਂਕ ਦੀ 14-15 ਅਕਤੂਬਰ 2015 ਦੀ CCTV ਫੁਟੇਜ ਨੂੰ ਪੰਜਾਬ ਦੇ ਮੀਡੀਆ ਦੇ ਸਾਹਮਣੇ ਜਨਤਕ ਕਰ ਦਿੰਦਾ ਹਾਂ। ਇਹ ਉਹੀ ਫੁਟੇਜ ਸੀ ਜਿਸ ਫੁਟੇਜ ਦੇ ਆਧਾਰ ਦੇ ਉੱਤੇ ਬਾਅਦ ਦੇ ਵਿੱਚ SIT ਨੂੰ ਸਬੂਤ ਲੱਭਣ ਦੇ ਵਿੱਚ ਬਹੁਤ ਮਦਦ ਮਿਲੀ ਹੈ। ਇਹ ਉਹੀ ਫੁਟੇਜ ਸੀ ਜਿਸ ਨੂੰ ਪਿਛਲੀਆਂ ਸਰਕਾਰਾਂ ਦੇ ਵੱਲੋਂ ਰੋਕ ਕੇ ਰੱਖਿਆ ਗਿਆ ਸੀ। ਇਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਸਭ ਤੋਂ ਪਹਿਲਾਂ ਜੋ ਕੋਟਕਪੂਰਾ ਕਾਂਡ ਦੀਆਂ ਜਿਸ ਤਰ੍ਹਾਂ ਦੇ ਜੋ ਕੁਝ ਘਟਨਾ ਉੱਥੇ ਵਾਪਰੀ ਸੀ, ਉਸ ਘਟਨਾ ਦੀਆਂ ਜੋ ਤਸਵੀਰਾਂ ਅਕਸਰ ਆਪਾਂ ਮੀਡੀਆ ਦੇ ਵਿੱਚ ਵੇਖਦੇ ਹਾਂ, ਉਸ ਵਕਤ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੀਡੀਆ ਦੇ ਵਿੱਚ ਆ ਕੇ ਜਨਤਕ ਕੀਤੀਆਂ ਸੀ ਕਿ ਇਹ ਘਟਨਾਵਾਂ ਜੋ ਵਾਪਰੀਆਂ ਨੇ, ਜਿਸ ਤਰ੍ਹਾਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ, 2 ਜਾਣੇ ਇਸ ਜਹਾਨ ਤੋਂ ਗਏ, ਉਸ ਪੂਰੇ ਮਾਮਲੇ ਦੇ ਵਿੱਚ ਜੋ ਫੁਟੇਜ ਸੀ ਉਹ ਫੁਟੇਜ ਨਵਜੋਤ ਸਿੰਘ ਸਿੱਧੂ ਜਨਤਕ ਕਰਦੇ ਨੇ। ਉਸ ਤੋਂ ਬਾਅਦ ਜੋ ਖਾਸ ਗੱਲ ਇਸ ਚਿੱਠੀ ਦੇ ਵਿੱਚ ਹੈ,
ਪਰ ਬਣਦੀ FIR SIT ਬਣਾਉਣ ਦੀ ਜਾਂਚ ਅਤੇ ਕਾਨੂੰਨੀ ਕੇਸਾਂ ਦੇ ਵਿੱਚ ਗ੍ਰਿਫਤਾਰੀ ਆਦि ਸੰਬੰਧ ਸਿੱਧੇ ਰੂਪ ਦੇ ਵਿੱਚ ਜੋ ਪੂਰੇ ਇਤਿਹਾਤ ਨੇ, ਜੋ ਪੂਰੇ ਖਾਸ ਤੌਰ ਦੇ ਉੱਤੇ ਪਾਵਰਾਂ ਨੇ, ਉਹ ਸਾਰੀਆਂ ਗ੍ਰਹਿ ਮੰਤਰੀ ਦੇ ਕੋਲ ਨੇ। ਇਸ ਲਈ ਗ੍ਰਹਿ ਮੰਤਰੀ ਜਿਹੜੇ ਜ਼ਿੰਮੇਵਾਰ ਨੇ ਉਹ ਵੀ ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਇਸ ਦੇ ਵਿੱਚ ਜ਼ਿਕਰ ਕਰ ਗਏ ਨੇ। ਤੇ ਨਾਲ ਹੀ ਉਹ ਲਿਖਦੇ ਨੇ ਕਿ ਪੰਜਾਬ ਸਰਕਾਰ ਦੇ ਵਿੱਚ 27 ਮਹੀਨੇ ਮੈਂ ਮੰਤਰੀ ਰਿਹਾ। ਮੰਤਰੀ ਰਹਿੰਦਿਆਂ ਮੈਂ ਕੈਬਨਿਟ ਦੇ ਵਿੱਚ ਬਾਰੰਬਾਰ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ ਅਤੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕੀ, ਕਿਉਂਕਿ ਇਹ ਮੇਰੇ ਲਈ ਸਭ ਤੋਂ ਗੰਭੀਰ ਮੁੱਦੇ ਸਨ। 2019 ਦੇ ਵਿੱਚ ਕਾਂਗਰਸ ਪਾਰਟੀ ਵਾਸਤੇ ਪ੍ਰਚਾਰ ਕਰਦਿਆਂ ਬਠਿੰਡੇ ਵਰਗੀ ਅਹਿਮ ਲੋਕ ਸਭਾ ਦੀਆਂ ਚੋਣਾਂ ਦੀ VOTING ਦੇ ਦੌਰਾਨ 2 ਦਿਨ ਪਹਿਲਾਂ ਮੈਂ ਭਰੀ ਸਭਾ ਦੇ ਵਿੱਚ ਗੱਲ ਆਖੀ ਸੀ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਹਰ ਹਾਲਤ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਸਭ ਕੁਝ ਤਿਆਗ ਸਕਦਾ ਅਤੇ ਲੋਕਾਂ ਦੇ ਵਿੱਚ ਖੜ ਸਕਦਾ ਹੈ। ਲੋਕ ਜੋ ਸਜ਼ਾ ਦੇਣਗੇ ਉਹ ਲੈ ਸਕਦਾ ਹੈ, ਪਰ ਗੁਰੂ ਘਰ ਦਾ ਦੋਖੀ ਨਹੀਂ ਬਣ ਸਕਦਾ। ਇਹ ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਲਿਖਦੇ ਨੇ। ਉਸ ਤੋਂ ਬਾਅਦ ਉਹ ਲਿਖਦੇ ਨੇ ਕਿ ਮੇਰੇ ਇਹਨਾਂ ਬੋਲਣ ਦੇ ਕਰਕੇ, ਮੇਰੀਆਂ ਇਹਨਾਂ ਗੱਲਾਂ ਦੇ ਕਰਕੇ ਮੇਰਾ ਕੈਬਨਿਟ ਦਾ ਅਹੁਦਾ ਬਦਲ ਦਿੱਤਾ ਗਿਆ, ਮੇਰਾ ਕੈਬਨਿਟ ਜੋ ਮਹਿਕਮਾ ਸੀ ਉਹਨੂੰ ਬਦਲ ਦਿੱਤਾ ਗਿਆ। ਇਹ ਸਾਫ਼ ਅੱਜ ਜ਼ਿਕਰ ਕਰ ਗਏ ਨੇ ਨਵਜੋਤ ਸਿੰਘ ਸਿੱਧੂ ਕਿ ਆਖਰਕਾਰ ਉਹਨਾਂ ਦਾ ਮਹਿਕਮਾ ਬਦਲਣ ਦੇ ਪਿੱਛੇ ਕਾਰਨ ਕੀ ਸੀ, ਕੀ ਕਾਰਨ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲਿਆ ਗਿਆ। ਉਹ ਜ਼ਿਕਰ ਇਸ ਚਿੱਠੀ ਦੇ ਵਿੱਚ ਹੈ। ਚਿੱਠੀ ਬਹੁਤ ਵੱਡੇ ਖੁਲਾਸੇ ਕਰ ਰਹੀ ਹੈ। ਅੱਗੇ ਉਹ ਲਿਖਦੇ ਨੇ ਕਿ ਉਸ ਕਾਰਨ ਕਰਕੇ ਕੈਬਨਿਟ ਦੇ ਵਿੱਚੋਂ ਮੇਰਾ ਮੰਤਰਾਲੇ ਬਦਲ ਦਿੱਤਾ ਗਿਆ। ਮੈਂ ਅਸਤੀਫਾ ਦਿੱਤਾ ਕਿਉਂਕਿ ਮੈਂ ਮੰਨਦਾ ਹਾਂ ਕਿ ਗੁਰੂ ਸਾਹਿਬ ਦੇ ਸਤਿਕਾਰ ਤੋਂ ਉੱਪਰ ਕੋਈ ਵੀ ਅਹੁਦਾ ਨਹੀਂ। ਇਹ ਸਾਫ਼ ਅੱਜ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਅਸਤੀਫਾ ਕਿਉਂ ਦਿੰਦੇ ਨੇ ਅਤੇ ਕੀ ਕਾਰਨ ਰਹੇ ਨੇ ਉਹਨਾਂ ਦੇ ਮੰਤਰਾਲੇ ਬਦਲਣ ਦੇ ਪਿੱਛੇ। ਇਹ ਸਾਫ਼ ਗੱਲਾਂ ਜਿਹੜੀਆਂ ਹੁਣ ਪੰਜਾਬ ਸਰਕਾਰ ਦੇ ਉੱਤੇ ਵੀ ਟਿਕ ਰਹੀਆਂ ਨੇ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲਿਖਦੇ ਨੇ ਕਿ ਪਿਛਲੇ 4 ਸਾਲਾਂ ਤੋਂ ਲਗਾਤਾਰ ਕੈਬਨਿਟ ਮੰਤਰੀ ਅਤੇ ਉਸ ਤੋਂ ਬਾਅਦ ਵਿਧਾਇਕ ਵਜੋਂ ਮੈਂ ਜਿੰਨਾ ਕੋਟਕਪੂਰਾ, ਬਹਿਬਲ ਕਲਾਂ ਅਤੇ ਬਰਗਾੜੀ ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਲਈ ਕਰ ਸਕਦਾ ਸੀ, ਮੈਂ ਉਹਨਾਂ ਉਸ ਤੋਂ ਬਾਅਦ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਜਦੋਂ ਮੈਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁਲਵਾਇਆ ਸੀ, ਉਸ ਖੋਲ੍ਹਣ ਦੇ ਲਈ ਮੇਰਾ ਧੰਨਵਾਦ ਕਰਨ ਦੇ ਲਈ ਵੀ ਕਈ ਜਥੇਬੰਦੀਆਂ ਪਹੁੰਚੀਆਂ ਸੀ, ਜਿਨ੍ਹਾਂ ਦੇ ਵਿੱਚੋਂ ਕੋਟਕਪੂਰਾ ਦੇ ਲੋਕ ਵੀ ਸੀ, ਬਹਿਬਲ ਕਲਾਂ ਦੇ ਲੋਕ ਵੀ ਸੀ। ਉਹਨਾਂ ਨੇ ਉੱਥੇ ਉਹਨਾਂ ਨੂੰ ਵੀ ਕਿਹਾ ਸੀ ਕਿ ਉਹ ਜਿੰਨਾ ਹੋ ਸਕੇ ਉਹਨਾਂ ਕਰ ਰਹੇ ਨੇ ਤੇ ਉਸ ਤੋਂ ਵੱਧ ਕਰ ਰਹੇ ਨੇ, ਪਰ ਜ਼ਰੂਰੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਨਸਾਫ ਮਿਲੇ। ਇਸ ਤੋਂ ਬਾਅਦ ਜੋ ਛੇਵੀਂ ਖਾਸ ਗੱਲ ਇਸ ਚਿੱਠੀ ਦੇ ਵਿੱਚ ਹੈ, ਉਹਨਾਂ ਨੇ ਇਸ ਦੇ ਵਿੱਚ ਜੋ ਮੰਗ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਮੰਗਾਉਣ ਦੀ HS ਫੂਲਕਾ ਨੇ ਕੀਤੀ, ਉਸ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਜਵਾਬ ਦੇ ਦਿੱਤਾ ਹੈ। ਇਸ ਤੋਂ ਅੱਗੇ ਨਵਜੋਤ ਸਿੰਘ ਸਿੱਧੂ ਲਿਖਦੇ ਨੇ ਕਿ ਵਿਧਾਨ ਸਭਾ ਦੇ 10 ਸੈਸ਼ਨ ਬੁਲਾ ਕੇ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਤਾਂ ਸਿਰਫ ਸੂਬੇ ਦੇ ਗ੍ਰਹਿ ਮੰਤਰੀ ਦੇ ਹੱਥ ਹੈ। ਮੈਂ ਤੁਹਾਨੂੰ ਇਹ ਸੁਝਾਅ ਜ਼ਰੂਰ ਦੇਵਾਂਗਾ ਕਿ ਸਪੈਸ਼ਲ ਸੈਸ਼ਨ ਦੀ ਮੰਗ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ, ਗੁੰਮਰਾਹ ਦੇ ਰਾਹ ਤੇ ਨਾ ਪਾਇਆ ਜਾਵੇ। ਪਿਛਲੀ ਵਾਰ ਵੀ ਅਸੀਂ ਇਸੇ ਤਰ੍ਹਾਂ ਗੁੰਮਰਾਹ ਹੋਏ ਹਾਂ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚੋਂ ਕੁਝ ਵੀ ਨਹੀਂ ਨਿਕਲੇਗਾ। ਇਹ ਖਾਸ ਤੌਰ ਦੇ ਉੱਤੇ ਸਾਫ਼ ਕਰ ਗਏ ਨੇ ਨਵਜੋਤ ਸਿੰਘ ਸਿੱਧੂ ਕਿ ਵਿਧਾਨ ਸਭਾ ਸੈਸ਼ਨ ਦੀ ਮੰਗ ਨਾ ਕੀਤੀ ਜਾਵੇ। ਪਿਛਲੇ ਵਿਧਾਨ ਸਭਾ ਸੈਸ਼ਨਾਂ ਦੇ ਦਰਮਿਆਨ ਕੁਝ ਵੀ ਨਹੀਂ ਨਿਕਲਿਆ। ਇਹ ਵੀ ਉਹਨਾਂ ਨੇ ਆਖ ਦਿੱਤਾ ਹੈ ਕਿ ਜੋ ਸਾਰੀਆਂ ਤਾਕਤਾਂ ਇਸ ਮਾਮਲੇ ਦੇ ਵਿੱਚ ਕੁਝ ਕਰਨ ਦੀਆਂ ਨੇ ਉਹ ਗ੍ਰਹਿ ਮੰਤਰੀ ਦੇ ਕੋਲ ਨੇ। ਨਾਲ ਹੀ ਉਹ ਲਿਖਦੇ ਨੇ ਕਿ ਲੋਕ ਜਾਣਦੇ ਹਨ ਕਿ ਹੁਣ ਤੱਕ ਮੈਂ ਕੀ ਕੀਤਾ ਅਤੇ ਕੀ ਕਰ ਸਕਦਾ ਹਾਂ ਤੇ ਕੀ ਕਰ ਰਿਹਾ ਹਾਂ। ਗੁਰੂ ਸਾਹਿਬ ਦੇ ਹੁਕਮਾਂ ਸਦਕਾ ਜਿਸ ਦਿਨ ਲੋਕਾਂ ਨੇ ਮੈਨੂੰ ਹੁਣ ਤੋਂ ਜ਼ਿਆਦਾ ਤਾਕਤ ਬਖਸ਼ੀ ਤਾਂ ਉਹ ਵੀ ਕਰਾਂਗਾ ਜੋ ਉਸ ਸਮੇਂ ਦੇ ਹੱਥ ਦੇ ਵਿੱਚ ਮੇਰੇ ਹੋਵੇਗਾ। ਮੈਂ ਲੋਕਾਂ ਦੇ ਦਿੱਤੇ ਪਿਆਰ, ਸਤਿਕਾਰ ਅਤੇ ਤਾਕਤ ਨੂੰ ਹਮੇਸ਼ਾ ਉਹਨਾਂ ਤੱਕ ਵਾਪਸ ਲੈ ਕੇ ਜਾਂਦਾ ਰਹਾਂਗਾ ਤੇ ਉਹਨਾਂ ਦੀ ਆਵਾਜ਼ ਚੁੱਕਦਾ ਰਹਾਂਗਾ। ਨਾਲ ਹੀ ਉਹ ਲਿਖਦੇ ਨੇ ਕਿ ਤੁਹਾਡਾ ਵਿਚਾਰ ਹੈ ਕਿ ਅਸਤੀਫਾ ਦੇ ਕੇ ਕੋਈ ਹੱਲ ਨਿਕਲ ਸਕਦਾ ਹੈ। ਮੈਂ ਮੰਨਦਾ ਹਾਂ ਕਿ ਸਿਸਟਮ ਦੇ ਵਿੱਚ ਵੜ ਕੇ ਹੀ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ, ਨਾ ਕਿ ਸਿਸਟਮ ਤੋਂ ਬਾਹਰ ਹੋ ਕੇ। ਸਗੋਂ ਸੂਬੇ ਦੀ ਕਾਰਜਕਾਰੀ ਸ਼ਕਤੀ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਜਿਸ ਕੋਲ ਹੈ ਉਸ ਨੂੰ ਹਲੂੜੀਏ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਏ ਅਤੇ ਕੁਝ ਕਰੇ। ਨਾਲ ਹੀ ਲਿਖ ਦਿੰਦੇ ਨੇ ਧੰਨਵਾਦ ਨਵਜੋਤ ਸਿੰਘ ਸਿੱਧੂ ਵਿਧਾਇਕ ਅੰਮ੍ਰਿਤਸਰ ਪੂਰਬੀ। ਸੋ ਇਹ ਚਿੱਠੀਆਂ ਦੇ ਵਿੱਚ ਵੱਡੇ ਖੁਲਾਸੇ ਨੇ। ਇਹ ਚਿੱਠੀਆਂ ਨਹੀਂ ਬਲਕਿ ਪੰਜਾਬ ਦੀ ਸਰਕਾਰ ਦੇ ਲਈ ਵੱਡੇ ਸਿਆਸੀ ਆਰੋਪ ਸਮਝੇ ਜਾ ਸਕਦੇ ਨੇ, ਵੱਡੇ ਸਿਆਸੀ ਇਲਜ਼ਾਮ ਨੇ ਜੋ ਇਹਨਾਂ ਚਿੱਠੀਆਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਏ ਨੇ। ਕੱਪੜ ਛਾਣ ਇਸ ਕਰਕੇ ਕਰਨਾ ਜ਼ਰੂਰੀ ਸੀ ਕਿ ਤਾਂ ਜੋ ਤੁਹਾਡੇ ਤੱਕ ਪਹੁੰਚ ਸਕੇ ਕਿ ਆਖਿਰਕਾਰ ਚੱਲ ਕੀ ਰਿਹਾ ਹੈ। ਇੱਕ ਪਾਸੇ ਕਿਸਾਨੀ ਅੰਦੋਲਨ, ਦੂਜੇ ਪਾਸੇ ਬੇਅਦਬੀ ਮਾਮਲਿਆਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਲੋਂ ਸਿਆਸੀ ਬਿਆਨ ਦਿੱਤੇ ਜਾ ਰਹੇ ਨੇ, ਪਰ ਇਸ ਦਰਮਿਆਨ ਕੁਝ ਵੀ ਹੱਲ ਨਹੀਂ ਨਿਕਲ ਸਕਦਾ। ਤੇ ਇਹ ਵੀ ਸਾਫ਼ ਹੋ ਚੁੱਕਿਆ ਹੈ ਕਿ ਜਿਸ ਤਰ੍ਹਾਂ ਵਿਧਾਨ ਸਭਾ ਸੈਸ਼ਨ ਦੀ ਗੱਲ ਹੋ ਰਹੀ ਸੀ ਤਾਂ ਉਹ ਵੀ ਸਾਫ਼ ਕਰ ਦਿੱਤਾ ਨਵਜੋਤ ਸਿੰਘ ਸਿੱਧੂ ਨੇ ਕਿ ਉਸ ਦੇ ਵਿੱਚ ਕੁਝ ਵੀ ਹੱਲ ਨਹੀਂ ਨਿਕਲਣਾ। ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਕਰੀਏ ਤਾਂ ਹੀ ਇਸ ਦਾ ਹੱਲ ਨਿਕਲੇਗਾ। ਇਹ ਚਿੱਠੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਤਰਥੱਲੀ ਪਾਉਣਗੀਆਂ
ਤੇ ਇਸ ਦੇ ਵਿੱਚ ਕੁਝ ਵੱਡਾ ਨਿਕਲ ਕੇ ਸਾਹਮਣੇ ਆਏਗਾ। ਸੋ ਇਹਨਾਂ ਚਿੱਠੀਆਂ ਦੇ ਵਿੱਚ ਹੁਣ ਸਿਆਸਤ ਸ਼ੁਰੂ ਹੋਏਗੀ। ਇਸ ਕਰਕੇ ਤੁਹਾਨੂੰ ਇਹ ਚਿੱਠੀਆਂ ਦਾ ਜ਼ਿਕਰ ਕੀਤਾ ਸੀ ਕਿ ਹੁਣ ਸਿਆਸੀ ਚਿੱਠੀਆਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਭੁਚਾਲ ਲਿਆਉਣ ਦੇ ਲਈ ਬਹੁਤ ਹੋਣਗੀਆਂ। ਇਹਨਾਂ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਭੁਚਾਲ ਜਿਹੜਾ ਉਹ ਸਾਹਮਣੇ ਆਏਗਾ। ਫਿਲਹਾਲ ਦੇ ਲਈ ਇਜਾਜ਼ਤ ਲਵਾਂਗੇ, ਫਿਰ ਕੋਈ ਅਪਡੇਟ ਆਉਂਦੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ।